ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਅਸੀਂ ਸ਼ਹੀਦੀ ਪਰੰਪਰਾ ਬਾਰੇ ਵਿਚਾਰ ਸਾਂਝੇ ਕਰਾਂਗੇ। 60ਵਿਆਂ 70ਵਿਆਂ ਵਿੱਚ ਪੰਜਾਬ ਅੰਦਰ ਚੱਲੀ ਨਕਸਲੀ ਲਹਿਰ ਬਾਰੇ ਇੱਕ ਖੋਜ ਅਧਿਐਨ ਜੋ ਇਹ ਰੋਚਕ ਤੱਥ ਪ੍ਰਗਟ ਹੋਇਆ ਹੈ ਕਿ ਪੁਲਿਸ ਤਫਤੀਸ਼ ਦੇ ਦੌਰਾਨ ਜਿੰਨੇ ਵੀ ਨਕਸਲੀ ਕਾਰਕੁਨਾਂ ਨੂੰ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋਣ ਪਿੱਛੇ ਕੰਮ ਕਰਦੇ ਮੂਲ ਜਜ਼ਬੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ 'ਚੋਂ ਲਗਭਗ ਸਾਰਿਆਂ ਦਾ ਇਹੋ ਕਹਿਣਾ ਸੀ ਕਿ ਉਹ ਕਮਿਊਨਿਸਟ ਵਿਚਾਰਧਾਰਾ ਨਾਲੋਂ ਵੱਧ ਪੰਜਾਬ ਅੰਦਰ ਕੁਰਬਾਨੀ ਤੇ ਸ਼ੁਰਮਗਤੀ ਦੀ ਪਰੰਪਰਾ ਤੋਂ ਪ੍ਰੇਰਿਤ ਹੋਏ ਸਨ। ਇਸ ਦੀ ਪੁਸ਼ਟੀ ਨਕਸਲੀ ਲਹਿਰ ਦੇ ਸੂਖਮ ਭਾਵੀ ਕਵੀ ਅਮਰਜੀਤ ਚੰਦਨ ਦੇ ਇਸ ਸਵੈ ਕਥਨ ਤੋਂ ਵੀ ਹੁੰਦੀ ਹੈ ਕਿ ਅਸੀਂ ਵੀ ਸਿੱਖ ਇਤਿਹਾਸ ਤੋਂ ਪ੍ਰੇਰਨਾ ਲਈ, ਖਾਸ ਕਰਕੇ ਸ਼ਹਾਦਤ ਦੇ ਸੰਕਲਪ ਤੋਂ ਹਕੂਮਤੀ ਜ਼ੁਲਮ, ਬੇਇਨਸਾਫੀ ਤੇ ਧੱਕੇਸ਼ਾਹੀ ਦੀ ਸੂਰਤ ਵਿੱਚ ਇੱਕ ਸੱਚੇ ਸਿੱਖ ਦੇ ਰੋਲ ਅਤੇ ਕਰਮ ਦੀ ਸਿੱਖ ਪਰੰਪਰਾ ਅੰਦਰ ਸਪਸ਼ਟ ਨਿਸ਼ਾਨਦੇਹੀ ਕੀਤੀ ਹੋਈ ਹੈ। ਸਵਾਲ ਸਿਰਫ ਇਹ ਹੈ ਕਿ ਕੋਈ ਸਿੱਖ ਆਪਣੇ ਇਸ ਵਿਰਸੇ ਜਾਂ ਸੱਭਿਆਚਾਰਕ ਮਾਡਲ ਨਾਲ ਕਿਸ ਦਰਜੇ ਤੱਕ ਪ੍ਰਤੀਬੱਧਤਾ ਪ੍ਰਗਟਾਉਂਦਾ ਹੈ। ਇਹ ਕਹਿਣਾ ਤਾਂ ਇਤਿਹਾਸ ਦੇ ਨਿਯਮਾਂ ਪ੍ਰਤੀ ਆਪਣੀ ਅਗਿਆਨਤਾ ਜ਼ਾਹਰ ਕਰਨਾ ਹੋਵੇਗਾ ਕਿ ਸਾਰੇ ਸਿੱਖ ਹਰ ਮੌਕੇ ਅਤੇ ਹਰ ਸਥਿਤੀ ਵਿੱਚ ਹੀ ਸਮੇਂ ਦੀ ਪਰਖ ਤੇ ਬਰਾਬਰ ਇਕਸਾਰ ਪੂਰੇ ਉਤਰਦੇ ਹਨ। ਅਜਿਹੀ ਆਦਰਸ਼ਕ ਕੌਮ ਦੀ ਕਲਪਨਾ ਕਰਨਾ ਹੀ ਫਜ਼ੂਲ ਹੈ। ਹਾਂ, ਇਹ ਜ਼ਰੂਰ ਸੱਚ ਹੈ ਕਿ ਹਰ ਵਾਰ ਇਤਿਹਾਸ ਦੇ ਹਰ ਅਹਿਮ ਪੜਾਅ 'ਤੇ ਸਿੱਖ ਪੰਥ 'ਚੋਂ ਚੋਖੀ ਗਿਣਤੀ ਵਿੱਚ ਅਜਿਹੇ ਕਰਨੀ ਦੇ ਸੂਰੇ ਨਿੱਤਰ ਆਉਂਦੇ ਹਨ ਜੋ ਬੁਲੰਦ ਹੌਸਲੇ ਤੇ ਸ਼ਾਨ ਨਾਲ ਤਲੀ ਤੇ ਸੀਸ ਟਿਕਾਉਣ ਦੇ ਖੇਲ ਦਾ ਰੋਮਾਂਚਕਾਰੀ ਪ੍ਰਦਰਸ਼ਨ ਕਰਦੇ ਹਨ। ਸਿੱਖ ਇਤਿਹਾਸ ਦੇ ਮੁੱਢਲੇ ਦੌਰ ਅੰਦਰ ਸਿੱਖ ਧਰਮ ਦੇ ਮਾਨਵਵਾਦੀ ਅਸੂਲਾਂ ਤੇ ਸਰੋਕਾਰਾਂ ਨੂੰ ਬੁਲੰਦ ਕਰਨ ਅਤੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਸਿੱਖ ਯੋਧਿਆਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਜੋ ਲਸਾਨੀ ਕਾਂਡ ਰਚੇ, ਉਹਨਾਂ ਬਾਰੇ ਤਾਂ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਵੀ ਕੋਈ ਸੰਦੇਹ ਨਹੀਂ ਹੈ। ਪਰ 20ਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਵੀ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ ਹੈ। ਅਜਿਹੀ ਹੀ ਇੱਕ ਉਦਾਹਰਨ ਸ਼ਹੀਦ ਭਾਈ ਲਛਮਣ ਸਿੰਘ ਦੀ ਹੈ, ਜਿਸ ਨੇ ਆਪਣੇ ਹੀ ਪਿੰਡ ਦੇ ਇੱਕ ਹਿੰਦੂ ਨੰਬਰਦਾਰ ਨੂੰ ਮੁਸਲਮਾਨ ਬਣ ਜਾਣ ਲਈ ਪ੍ਰੇਰਨ ਵਾਲੇ 3 ਮੁਸਲਮਾਨਾਂ ਨੂੰ ਜਾਨੋਂ ਮਾਰ ਮੁਕਾਇਆ ਸੀ ਅਤੇ ਇਸ ਜੁਰਮ ਦੇ ਬਦਲੇ ਵਿੱਚ ਸਿਆਲਕੋਟ ਦੀ ਸੈਸ਼ਨ ਅਦਾਲਤ ਦੇ ਹੁਕਮਾਂ ਤੇ 10 ਜੂਨ 1909 ਦੀ ਸਵੇਰ ਉਸ ਨੂੰ ਫਾਹੇ ਲਾ ਦਿੱਤਾ ਗਿਆ ਸੀ। ਅੱਜ ਭਾਵੇਂ ਭਾਈ ਲਛਮਣ ਸਿੰਘ ਦੇ ਇਸ ਕਰਮ ਨੂੰ ਜਾਇਜ਼ ਠਹਿਰਾਉਣਾ ਔਖਾ ਲੱਗੇ, ਪਰ ਉਸ ਵੇਲੇ ਦੇ ਸੰਦਰਭ ਵਿੱਚ ਜਦ 18ਵੀਂ ਸਦੀ ਦੇ ਜ਼ੁਲਮਾਂ ਦੀਆਂ ਯਾਦਾਂ ਦੇ ਤਾਜ਼ਾ ਹੋਣ ਕਰਕੇ ਸਿੱਖਾਂ ਦੇ ਮਨਾਂ ਅੰਦਰ ਅਜਿਹੇ ਮੁਸਲਿਮ ਵਿਰੋਧੀ ਜਜ਼ਬਾਤ ਆਪਣਾ ਤਕੜਾ ਪ੍ਰਭਾਵ ਕਾਇਮ ਰੱਖ ਰਹੇ ਸਨ ਅਤੇ ਜਦ ਸਿੰਘ ਸਭਾ ਲਹਿਰ ਦੁਆਰਾ ਚਲਾਈ ਧਰਮ ਜਾਗ੍ਰਿਤੀ ਦੀ ਮੁਹਿੰਮ ਸਦਕਾ ਸਿੱਖ ਆਪਣੀ ਨਿਆਰੀ ਧਾਰਮਿਕ ਹਸਤੀ ਨੂੰ ਦਰਪੇਸ਼ ਖਤਰਿਆਂ ਬਾਰੇ ਇੰਨੇ ਸੁਚੇਤ ਤੇ ਸੂਖਮ ਭਾਵੀ ਹੋ ਗਏ ਸਨ ਕਿ ਮੁਸਲਮਾਨਾਂ ਹੱਥੋਂ ਕਿਸੇ ਹਿੰਦੂ ਦੀ ਧਰਮ ਬਦਲੀ ਦੀ ਘਟਨਾ ਨਾਲ ਉਹਨਾਂ ਅੰਦਰ ਵਧਵਾ ਡਰ ਤੇ ਅਸੁਰੱਖਿਆ ਦੀ ਭਾਵਨਾ ਪ੍ਰਗਟ ਹੋ ਉੱਠਣੀ ਗੈਰ ਸੁਭਾਵਿਕ ਨਹੀਂ ਸੀ। ਤਾਂ ਇਸ ਤਰ੍ਹਾਂ ਦੇ ਮਨੋਵਿਗਿਆਨਕ ਅਸਰ ਹੇਠ ਕਿਸੇ ਸੰਵੇਦਨਸ਼ੀਲ ਸਿੱਖ ਦੁਆਰਾ ਅਜਿਹਾ ਭਾਣਾ ਵਰਤਾ ਦੇਣਾ ਸਮਝੋ ਬਾਹਰਾ ਨਹੀਂ ਹੈ। ਉਹਨਾਂ ਵਿਸ਼ੇਸ਼ ਹਾਲਤਾਂ ਅੰਦਰ ਸੁਭਾਵਿਕ ਹੀ ਭਾਈ ਲਛਮਣ ਸਿੰਘ ਦੇ ਇਸ ਕਰਮ ਨੂੰ ਸਿੱਖ ਪੰਥ ਅੰਦਰੋਂ ਬਹੁਤ ਹੀ ਕਬੂਲਵਾਂ ਹੁੰਗਾਰਾ ਮਿਲਿਆ। ਸਿੱਖਾਂ ਦੀਆਂ ਨਜ਼ਰਾਂ ਵਿੱਚ ਉਹ ਧਰਮ ਦੀ ਰੱਖਿਆ ਲਈ ਵੱਡੀ ਕੁਰਬਾਨੀ ਕਰਨ ਵਾਲਾ ਨਿਰਭੈ ਯੋਧਾ ਹੋ ਨਿਬੜਿਆ। ਉਧਰ ਭਾਈ ਲਛਮਣ ਸਿੰਘ ਨੂੰ ਵੀ ਆਪਣੇ ਇਸ ਕਾਰਨਾਮੇ ਦੀ ਨੈਤਿਕ ਵਾਜਬੀਅਤ ਤੇ ਪਾਕੀਜ਼ਗੀ ਦੇ ਬਾਰੇ ਵਿੱਚ ਉੱਕਾ ਹੀ ਕੋਈ ਸ਼ੰਕਾ ਜਾਂ ਸੰਦੇਹ ਨਹੀਂ ਸੀ। ਉਸ ਨੂੰ ਨਾ ਆਪਣੇ ਕੀਤੇ ਦਾ ਕੋਈ ਗਮ ਜਾਂ ਪਛਤਾਵਾ ਸੀ ਅਤੇ ਨਾ ਮਨ ਅੰਦਰ ਸਜ਼ਾ ਬਾਰੇ ਕੋਈ ਡਰ ਘਬਰਾਹਟ ਸੀ। ਮੁਕੱਦਮੇ ਦੀ ਸਮੁੱਚੀ ਕਾਰਵਾਈ ਦੇ ਦੌਰਾਨ ਜੇਲ੍ਹ ਅੰਦਰ ਵੀ ਉਹ ਲਗਾਤਾਰ ਪ੍ਰਸੰਨ ਚਿੱਤ ਤੇ ਚੜ੍ਹਦੀ ਕਲਾ ਵਿੱਚ ਰਿਹਾ। ਜੇਲ੍ਹ ਅੰਦਰ ਜੋ ਵੀ ਉਸ ਦੇ ਵਾਹ ਵਿੱਚ ਆਇਆ, ਉਸ ਦੀ ਭਜਨ ਬੰਦਗੀ ਹੌਸਲੇ ਤੇ ਅਡੋਲਤਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਸਿੱਖ ਜਨਤਾ ਵੱਡੀ ਗਿਣਤੀ ਵਿੱਚ ਜੇਲ੍ਹ ਅੰਦਰ ਉਸ ਦੇ ਦਰਸ਼ਨਾਂ ਨੂੰ ਆਉਂਦੀ ਰਹੀ।
ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਅਦਾਲਤ ਦਾ ਅਹਾਤਾ ਉਸ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਉਸ ਅੰਦਰ ਪੰਥਕ ਸੇਵਾ ਦਾ ਜਜ਼ਬਾ ਇਸ ਕਦਰ ਉਛਾਲੇ ਖਾ ਰਿਹਾ ਸੀ ਕਿ ਉਸ ਨੇ ਮਰਨ ਤੋਂ ਪਹਿਲਾਂ ਆਪਣੀ ਇਹ ਉਚੇਚੀ ਇੱਛਾ ਪ੍ਰਗਟਾਈ ਕਿ ਮਰਨ ਤੋਂ ਬਾਅਦ ਮੇਰੀ ਲਾਸ਼ ਤੋਂ ਚਮੜੀ ਉਧੇੜ ਕੇ ਉਸ ਦੀਆਂ ਲੋੜਵੰਦ ਪੰਥਕ ਵਰਕਰਾਂ ਦੇ ਵਾਸਤੇ ਜੁੱਤੀਆਂ ਸਿਉਂ ਦਿੱਤੀਆਂ ਜਾਣ। ਉਸ ਦੀ ਕੁਰਬਾਨੀ ਦੀ ਭਾਵਨਾ ਤੇ ਮਿਸਾਲੀ ਕਿਰਦਾਰ ਨੇ ਸਿੱਖ ਜਨਤਾ ਦੇ ਮਨ ਇਸ ਕਦਰ ਮੋਹ ਲਏ ਸਨ ਕਿ ਫਾਂਸੀ ਵਾਲੇ ਦਿਨ ਫਾਂਸੀ ਦੀ ਘੜੀ ਤੋਂ ਕਈ ਘੰਟੇ ਪਹਿਲਾਂ ਹੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦੇ ਦਰਸ਼ਨਾਂ ਲਈ ਜੇਲ੍ਹ ਦੇ ਬੂਹੇ ਅੱਗੇ ਜਮ੍ਹਾਂ ਹੋ ਗਏ ਸਨ। ਲੋਕਾਂ ਨੇ ਵੇਖਿਆ ਕਿ ਭਾਈ ਲਛਮਣ ਸਿੰਘ ਮੁਸਕਰਾਉਂਦਾ ਪ੍ਰਸੰਨ ਖਿੜਿਆ ਹੋਇਆ ਜਪਜੀ ਸਾਹਿਬ ਦਾ ਪਾਠ ਕਰਦਾ ਮੜਕ ਚਾਲੇ ਤੁਰਦਾ ਹੋਇਆ ਜੇਲ੍ਹ ਦੇ ਬੂਹੇ 'ਚੋਂ ਬਾਹਰ ਨਿਕਲਿਆ। ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਸਿੱਖ ਸੰਗਤਾਂ ਨੇ ਆਪਣੇ ਅਜੀਜ਼ ਸੂਰਮੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਅੰਬਰ ਗੁੰਜਣ ਲਾ ਦਿੱਤਾ ਸੀ। ਭਾਈ ਲਛਮਣ ਸਿੰਘ ਪੂਰੀ ਤਰ੍ਹਾਂ ਅਡੋਲ ਨਿਰਭਉ ਛਾਲ ਮਾਰ ਕੇ ਫਾਂਸੀ ਦੇ ਤਖ਼ਤੇ 'ਤੇ ਜਾ ਚੜ੍ਹਿਆ। ਖਿੜੇ ਮੱਥੇ ਮੌਤ ਕਬੂਲਣ ਦੀ ਸਿੱਖ ਮਰਿਆਦਾ ਦਾ ਪਾਲਣ ਕਰਦਿਆਂ ਉਸ ਨੇ ਹੱਸ ਕੇ ਆਪਣੇ ਹੱਥੀਂ ਫੰਦੇ ਨੂੰ ਗਲ ਵਿੱਚ ਪਾਇਆ ਅਤੇ ਸ਼ਹੀਦੀ ਦੇ ਚਾਅ ਹੇਠ ਅਦਭੁਤ ਮਸਤੀ ਭਰੇ ਅੰਦਾਜ਼ ਵਿੱਚ ਬੁਲੰਦ ਆਵਾਜ਼ ਨਾਲ ਸੰਗਤਾਂ ਨੂੰ ਧਰਮ ਵਿੱਚ ਪਰਪੱਕ ਰਹਿਣ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਜਦ ਜਲਾਦ ਨੇ ਭਾਈ ਸਾਹਿਬ ਦੇ ਪੈਰਾਂ ਹੇਠੋਂ ਫੱਟਾ ਖਿੱਚਿਆ ਤਾਂ ਉਦੋਂ ਵੀ ਉਹ ਬਰਾਬਰ ਜੋਸ਼ ਨਾਲ ਸੰਗਤਾਂ ਨੂੰ ਸੰਬੋਧਨ ਕਰੀ ਜਾ ਰਿਹਾ ਸੀ। ਜਦੋਂ ਭਾਈ ਸਾਹਿਬ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਇਆ ਗਿਆ ਤਾਂ ਰਸਤੇ ਵਿੱਚ ਹਰ ਜਗ੍ਹਾ ਅੰਤਿਮ ਦਰਸ਼ਨਾਂ ਲਈ ਲੋਕਾਂ ਦੀਆਂ ਇੰਨੀਆਂ ਭੀੜਾਂ ਜੁੜ ਗਈਆਂ ਕਿ ਦਰਸ਼ਨਾਂ ਲਈ ਵਾਰੀ ਲੈਣੀ ਮੁਸ਼ਕਿਲ ਹੋ ਗਈ ਸੀ। ਭਾਈ ਸਾਹਿਬ ਦੀ ਮ੍ਰਿਤਕ ਦੇਹ ਉੱਤੇ ਲੋਕਾਂ ਵੱਲੋਂ ਅਥਾਹ ਸ਼ਰਧਾ ਨਾਲ ਵਰਸਾਏ ਅਤਰ ਦੇ ਫੁੱਲਾਂ ਦਾ ਕੋਈ ਅੰਤ ਨਹੀਂ ਸੀ ਰਿਹਾ। ਇਸ ਤਰ੍ਹਾਂ ਦੀ ਸ਼ਹਾਦਤ ਖਾਲੀ ਸ਼ਹਾਦਤ ਨਹੀਂ ਰਹਿ ਜਾਂਦੀ, ਇਹ ਇੱਕ ਵੇਖਣ ਲਾਇਕ ਝਾਕੀ ਹੋ ਨਿਬੜਦੀ ਹੈ ਜਿਸ ਅੰਦਰ ਇਸ ਦਾ ਪ੍ਰਭਾਵ ਗ੍ਰਹਿਣ ਕਰਨ ਵਾਲੇ ਮਨਾਂ ਨੂੰ ਡੁੱਬਣ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ। ਸਿੱਖ ਪੰਥ ਉੱਤੇ ਜਦ ਵੀ ਕੋਈ ਵੱਡੀ ਭੀੜ ਆਣ ਪਈ ਹੈ ਤਾਂ ਪੰਥਕ ਚੇਤਨਾ ਦੇ ਦਰਦ ਵਿੱਚ ਰੰਗੇ ਸਿੱਖ ਕਵੀਆਂ ਤੇ ਗਲਪਕਾਰਾਂ ਨੇ ਸਿੱਖਾਂ ਅੰਦਰ ਜੱਦੋ-ਜਹਿਦ ਤੇ ਕੁਰਬਾਨੀ ਦਾ ਜਜ਼ਬਾ ਉਭਾਰਨ ਵਾਸਤੇ ਅਜਿਹੇ ਸ਼ਹੀਦੀ ਪ੍ਰਸੰਗ ਰਚਨ ਵਿੱਚ ਉਚੇਚੀ ਰੁਚੀ ਪ੍ਰਗਟਾਈ ਹੈ। ਇਸ ਤਰ੍ਹਾਂ ਨਾਲ ਅਜਿਹੇ ਸ਼ਹਾਦਤਨਾਮਿਆਂ ਦਾ ਸਿੱਖ ਸਾਹਿਤ ਅੰਦਰ ਬਹੁਤ ਹੀ ਉੱਘਾ ਸਥਾਨ ਹੈ ਅਤੇ ਇਹਨਾਂ ਨੇ ਸਿੱਖ ਜਨਤਾ ਨੂੰ ਕੁਰਬਾਨੀ ਲਈ ਤਿਆਰ ਕਰਨ ਵਿੱਚ ਹਮੇਸ਼ਾ ਹੀ ਅਹਿਮ ਰੋਲ ਨਿਭਾਇਆ ਹੈ। ਇਸ ਕਿਸਮ ਦੇ ਸਾਹਿਤ ਤੇ ਪ੍ਰਚਾਰ ਪ੍ਰਸਾਰ ਦਾ ਸਦਕਾ ਸਿੱਖ ਜਨਤਾ ਦੇ ਮਨਾਂ ਅੰਦਰ ਸ਼ਹੀਦ ਅਤੇ ਸ਼ਹਾਦਤ ਦੇ ਕਰਮ ਪ੍ਰਤੀ ਸ਼ਰਧਾ ਤੇ ਪ੍ਰਸ਼ੰਸਾ ਦੇ ਭਾਵ ਹੋਰ ਵੱਧ ਸਿੱਧਕ ਅਖਤਿਆਰ ਕਰ ਜਾਂਦੇ ਹਨ। ਸਿੱਖ ਮਾਨਸਿਕਤਾ ਅੰਦਰ ਸ਼ਹਾਦਤ ਸੱਭਿਆਚਾਰ ਆਦਰਸ਼ ਦਾ ਦਰਜਾ ਹਾਸਲ ਕਰ ਲੈਂਦੀ ਹੈ। ਸਿੱਖ ਜਨਤਾ ਦੇ ਵੱਡੇ ਹਿੱਸੇ ਆਪਣੇ ਆਪ ਨੂੰ ਇਸ ਆਦਰਸ਼ ਨਾਲ ਇਸ ਕਦਰ ਇੱਕ-ਮਿਕ ਕਰ ਲੈਂਦੇ ਹਨ ਕਿ ਉਹਨਾਂ ਅੰਦਰ ਆਪਣੇ ਸ਼ਹੀਦਾਂ ਤੇ ਨਾਇਕਾਂ ਦੇ ਕਾਰਨਾਮਿਆਂ ਨੂੰ ਦੁਹਰਾਉਣ ਦਾ ਅਮੋੜ ਜਜ਼ਬਾ ਪੈਦਾ ਹੋ ਉੱਠਦਾ ਹੈ। ਸ਼ਹਾਦਤ ਜਦ ਕਿਸੇ ਭਾਈਚਾਰੇ ਅੰਦਰ ਇੱਕ ਪਰੰਪਰਾ ਦਾ ਦਰਜਾ ਹਾਸਲ ਕਰ ਲੈਂਦੀ ਹੈ ਤਾਂ ਇਹ ਸੰਬੰਧਿਤ ਭਾਈਚਾਰੇ ਅੰਦਰ ਆਪਸੀ ਸਾਂਝ ਤੇ ਇਕਮੁੱਠਤਾ ਦੇ ਅਹਿਸਾਸ ਨੂੰ ਹੋਰ ਤਕੜਾ ਕਰਨ ਦਾ ਸਾਧਨ ਹੋ ਨਿਬੜਦੀ ਹੈ। ਸਾਂਝੇ ਅਨੁਭਵ, ਸਾਂਝੇ ਵਿਸ਼ਵਾਸ ਤੇ ਸਾਂਝੇ ਅਹਿਸਾਸ ਏਕਤਾ ਦੀਆਂ ਤੰਦਾਂ ਨੂੰ ਵੱਧ ਪੁਖਤਗੀ ਪ੍ਰਦਾਨ ਕਰ ਦਿੰਦੇ ਹਨ। ਇਸ ਨਾਲ ਸੰਬੰਧਿਤ ਭਾਈਚਾਰੇ ਅੰਦਰ ਨਾਲੋਂ ਨਾਲ ਆਪਣੇ ਨਿਆਰੇਪਣ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਹੜਾ ਵਰਗ ਹੱਕ ਸੱਚ ਦੀ ਖਾਤਰ ਜਾਨਾਂ ਨਿਛਾਵਰ ਕਰ ਦੇਣ ਦੇ ਕਰਮ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਨਾਉ ਦਿੰਦਾ ਹੈ, ਜ਼ੁਲਮਾਂ ਤੇ ਤਸੀਹਾਂ ਨੂੰ ਤੇਰਾ ਕੀਆ ਮਿੱਠਾ ਲਾਗੇ ਕਹਿ ਕੇ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਕਾਲ ਕੋਠੜੀਆਂ ਦੇ ਅੰਦਰ ਵੀ ਸਰੂਰੀ ਸੱਦਾਂ ਲਾਉਂਦਾ ਹੈ ਅਤੇ ਫਾਂਸੀ ਦੇ ਤਖ਼ਤਿਆਂ ਤੋਂ ਵੀ ਜੇਤੂ ਜੈਕਾਰੇ ਵਜਾਉਂਦਾ ਹੈ। ਉਸ ਵਿੱਚ ਆਪਣੀ ਨਿਆਰੀ ਹਸਤੀ ਤੇ ਠੁੱਕ ਦਾ ਅਹਿਸਾਸ ਪੈਦਾ ਹੋ ਜਾਣਾ ਸੁਭਾਵਿਕ ਹੈ। ਸਿੱਖ ਕੌਮ ਅੰਦਰ ਇਹ ਅਹਿਸਾਸ ਬਹੁਤ ਪੱਕਾ ਤੇ ਡੂੰਘਾ ਹੈ। ਸਿੱਖ ਪਰੰਪਰਾ ਦੇ ਅੰਦਰ ਸ਼ਹਾਦਤ ਦੇ ਇਹ
ਅਨੋਖੇ ਤੇ ਨਿਆਰੇ ਰੰਗ ਇੱਕ ਅੱਧ ਵਾਰ ਨਹੀਂ ਅਕਸਰ ਹੀ ਵੇਖਣ ਨੂੰ ਮਿਲਦੇ ਹਨ। ਸੀਸ ਤਲੀ ਤੇ ਧਰਨ ਦੀ ਖੇਡ ਮੁੜ ਮੁੜ ਖੇਡੀ ਜਾਂਦੀ ਹੈ। ਜਿਹੜੇ ਲੋਕ ਸਿੱਖ ਕੌਮ ਦੀਆਂ ਸੱਭਿਆਚਾਰਕ ਵਿਲੱਖਣਤਾਵਾਂ ਉਸ ਦੇ ਕੁਦਰਤੀ ਲੱਛਣਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ, ਉਹਨਾਂ ਲਈ ਇਹ ਵਰਤਾਰਾ ਇੰਨਾ ਰਹੱਸਪੂਰਨ ਨਹੀਂ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੁਨੀਆ ਦੇ ਹੋਰਨਾਂ ਕੌਮੀ ਭਾਈਚਾਰਿਆਂ ਦੀ ਤੁਲਨਾ ਵਿੱਚ ਸਿੱਖ ਭਾਈਚਾਰਾ ਇਤਿਹਾਸ ਪ੍ਰਤੀ ਤੇ ਇਸ ਦੇ ਅੰਦਰ ਆਪਣੀ ਭੂਮਿਕਾ ਪ੍ਰਤੀ ਹਮੇਸ਼ਾ ਹੀ ਵਧੇਰੇ ਸੁਚੇਤ ਰਿਹਾ ਹੈ। ਇਸ ਲੇਖਕ ਨੂੰ ਆਪਣੇ ਇੱਕ ਸਰਵੇਖਣ ਦੌਰਾਨ ਇਹ ਖਾਸ ਗੱਲ ਮਹਿਸੂਸ ਹੋਈ ਕਿ ਸਰਵੇਖਣ ਵਿੱਚ ਸ਼ਾਮਲ ਸਿੱਖਾਂ ਤੋਂ ਵੱਡੇ ਹਿੱਸੇ ਨੂੰ ਆਪਣੇ ਇਤਿਹਾਸ ਦੀ ਚੋਖੀ ਜਾਣਕਾਰੀ ਸੀ। ਹਾਲਾਂਕਿ ਉਹਨਾਂ 'ਚੋਂ ਕਾਫੀ ਸਾਰੇ ਅਨਪੜ੍ਹ ਸਨ। ਉਹ ਸਿੱਖ ਇਤਿਹਾਸ ਦੀਆਂ ਖਾਸ ਘਟਨਾਵਾਂ ਗਿਣਾ ਸਕਦੇ ਸਨ। ਉਹਨਾਂ 'ਚੋਂ ਵੱਡੀ ਬਹੁਗਿਣਤੀ ਸੰਘਰਸ਼, ਟਾਕਰੇ ਤੇ ਜ਼ੁਲਮਾਂ ਨਾਲ ਸੰਬੰਧਿਤ ਘਟਨਾਵਾਂ ਨੂੰ ਹੀ ਵੱਧ ਅਹਿਮ ਮੰਨਦੀ ਹੈ। ਸਿੱਖਾਂ ਦੀ ਵੱਡੀ ਬਹੁਗਿਣਤੀ ਤਕਰੀਬਨ ਇਹ ਮਹਿਸੂਸ ਕਰਦੀ ਹੈ ਕਿ ਇਤਿਹਾਸ ਉਹਨਾਂ ਦੀ ਧਾਰਮਿਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੈ। ਸਿੱਖ ਇਤਿਹਾਸ ਕੋਈ ਦੂਰ ਅਤੀਤ ਦੀ ਗੱਲ ਨਹੀਂ ਜਿਸ ਦੀ ਇਤਿਹਾਸਕ ਤੌਰ 'ਤੇ ਪੁਸ਼ਟੀ ਨਾ ਹੋ ਸਕੇ। ਇਹ ਨੇੜਲੇ ਸਮੇਂ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ, ਜਿਨ੍ਹਾਂ 'ਚੋਂ ਕਈਆਂ ਨੇ ਤਕੜੇ ਇਤਿਹਾਸ ਪ੍ਰਮਾਣ ਮਿਲ ਜਾਂਦੇ ਹਨ ਅਤੇ ਬਾਕੀਆਂ ਦਾ ਵੀ ਘੱਟੋ ਘੱਟ ਕੁਝ ਨਾ ਕੁਝ ਇਤਿਹਾਸਕ ਆਧਾਰ ਜ਼ਰੂਰ ਹੈ। ਇਸ ਕਰਕੇ ਸਿੱਖਾਂ ਲਈ ਇਹ ਬਹੁਤ ਯਥਾਰਥਕ ਵੀ ਹੈ ਤੇ ਭਾਵਪੂਰਤ ਵੀ ਹੈ। ਇਸ ਵਜ੍ਹਾ ਕਰਕੇ ਸਿੱਖ ਪੰਥ ਨੂੰ ਜਦ ਵੀ ਕਦੇ ਵਰਤਮਾਨ ਦੀ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਨੈਤਿਕ ਪ੍ਰੇਰਨਾ ਲਈ ਉਹਨਾਂ ਦਾ ਸੁਭਾਵਿਕ ਰੂਪ ਵਿੱਚ ਹੀ ਅਤੀਤ ਵੱਲ ਘੁੰਮ ਜਾਂਦਾ ਹੈ। ਅਜਿਹੇ ਮੌਕੇ ਸਿੱਖ ਵਰਤਮਾਨ ਨੂੰ ਅਤੀਤ ਰਾਹੀਂ ਵੇਖਣਾ ਸ਼ੁਰੂ ਕਰ ਦਿੰਦੇ ਹਨ। ਉਹ ਝੱਟ ਬਿਨਾਂ ਖੇਚਲ ਕੀਤਿਆਂ ਵਰਤਮਾਨ ਦੀ ਤਾਰ ਨੂੰ ਅਤੀਤ ਨਾਲ ਜੋੜ ਲੈਂਦੇ ਹਨ। ਆਪਣੇ ਸਮਕਾਲੀ ਦੁਸ਼ਮਣਾਂ ਨੂੰ ਉਹ ਆਪਣੇ ਇਤਿਹਾਸ ਅੰਦਰਲੇ ਖਲਨਾਇਕਾਂ ਅਥਵਾ ਆਪਣੇ ਪੁਰਾਣੇ ਬਦਨਾਮ ਦੁਸ਼ਮਣਾਂ ਨਾਲ ਮਿਲਣਾ ਅਤੇ ਇਉਂ ਉਹਨਾਂ ਨੂੰ ਤਿੱਖੀ ਨਫ਼ਰਤ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਉਹਨਾਂ ਅੰਦਰ ਵੇਲੇ ਦੀ ਵਿਰੋਧੀ ਤਾਕਤ ਦੇ ਖਿਲਾਫ ਝਟਪਟ ਤੂਫਾਨੀ ਰੋਹ ਪੈਦਾ ਹੋ ਉੱਠਦਾ ਹੈ। ਇਸ ਦੇ ਇੱਕਦਮ ਉਲਟ ਜੱਦੋ-ਜਹਿਦ ਵਿੱਚ ਸਰਗਰਮ ਸਿੱਖ ਆਪਣੇ ਆਪ ਨੂੰ ਪ੍ਰਤੀਕ ਰੂਪ ਵਿੱਚ ਇਤਿਹਾਸ ਅੰਦਰਲੇ ਸ਼ਹੀਦਾਂ ਤੇ ਨਾਇਕਾਂ ਨਾਲ ਜੋੜ ਲੈਂਦੇ ਹਨ। ਉਹਨਾਂ ਵੱਲੋਂ ਸਿੱਖ ਇਤਿਹਾਸ ਅੰਦਰਲੇ ਖਾਸ ਕਾਂਡਾਂ ਤੇ ਘਟਨਾਵਾਂ ਨੂੰ ਵਾਰ-ਵਾਰ ਚਿਤਵਿਆ ਜਾਂਦਾ ਹੈ, ਜਿਸ ਨਾਲ ਉਹਨਾਂ ਅੰਦਰ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਆਪ ਮੁਹਾਰੇ ਅੰਗੜਾਈ ਲੈ ਉੱਠਦਾ ਹੈ। ਮਿਸਾਲ ਦੇ ਤੌਰ 'ਤੇ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਵਿੱਚ ਸਿੱਖ ਪੰਥ ਦੀਆਂ ਅਗਾਵਨੂ ਤਾਕਤਾਂ ਦੁਆਰਾ ਸਿੱਖ ਜਨਤਾ ਦੇ ਮਨਾਂ ਅੰਦਰ ਦਰਬਾਰ ਸਾਹਿਬ ਉੱਤੇ ਬਸਤੀਵਾਦੀ ਹਾਕਮਾਂ ਦੇ ਕੰਟਰੋਲ ਵਿਰੁੱਧ ਰੋਹ ਪੈਦਾ ਕਰਨ ਲਈ ਇੱਕ ਪੰਥਕ ਅਖਬਾਰ ਵਿੱਚ ਕਿ ਦਰਬਾਰ ਸਾਹਿਬ ਸਿੱਖਾਂ ਦਾ ਹੈ ਤੇ ਉਤੇਜਨਾ ਉਪਜਾਊ ਅਨੁਵਾਨ ਹੇਠ ਇੱਕ ਜਜ਼ਬਾਤ ਰੂਨਾ ਲੇਖ ਛਾਪਿਆ ਗਿਆ, ਜਿਸ ਵਿੱਚ ਸਿੱਖ ਜਨਤਾ ਨੂੰ ਝੰਜੋੜਨ ਲਈ ਇਸ ਤਰ੍ਹਾਂ ਦੇ ਨਿਹੋਰੇ ਦਿੱਤੇ ਗਏ ਸਨ ਕਿ ਜੇ ਤੁਹਾਡੇ ਅੰਦਰ ਭਾਈ ਮਨੀ ਸਿੰਘ ਵਰਗੀ ਕੁਰਬਾਨੀ ਨਹੀਂ, ਜੇ ਤੁਹਾਡੇ ਅੰਦਰ ਭਾਈ ਮਹਿਤਾਬ ਸਿੰਘ ਵਰਗੀ ਅਣਖ ਨਹੀਂ, ਜੇ ਤੁਹਾਡੇ ਸੀਨੇ ਅੰਦਰ ਅਕਾਲੀ ਫੁੱਲਾ ਸਿੰਘ ਵਰਗਾ ਦਿਲ ਨਹੀਂ, ਤਾਂ ਕਿਉਂ ਨਹੀਂ ਐਲਾਨ ਕਰ ਦਿੰਦੇ ਕਿ ਸ੍ਰੀ ਦਰਬਾਰ ਸਾਹਿਬ ਹੁਣ ਸਿੱਖਾਂ ਦਾ ਨਹੀਂ ਰਿਹਾ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਸੁਚੇਤ ਰੂਪ ਵਿੱਚ ਇਤਿਹਾਸ ਅੰਦਰਲੇ ਉਹਨਾਂ 3 ਸਿੱਖਾਂ ਸ਼ਹੀਦਾਂ ਦੇ ਨਾਮ ਚਿਤਾਰੇ ਗਏ ਹਨ, ਜਿਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦੀ ਰਾਖੀ ਲਈ ਜੱਦੋ-ਜਹਿਦ ਦੇ ਨਾਲ ਸਿੱਧਾ ਤੇ ਨਜ਼ਦੀਕੀ ਸੰਬੰਧ ਜੁੜਿਆ ਹੋਇਆ ਹੈ। ਸਿੱਖਾਂ ਦੀ ਜੱਦੋ-ਜਹਿਦ ਦੇ ਦੌਰਾਨ ਸਮਕਾਲੀ ਹਾਲਤਾਂ ਦੇ ਸਨਮੁਖ ਉਹਨਾਂ ਦੀ ਰੋਜ਼ਾਨਾ ਅਰਦਾਸ ਦੀ ਵੱਖਰਾ ਪ੍ਰਸੰਗ ਤੇ ਮਹੱਤਵ ਅਖਤਿਆਰ ਕਰ ਜਾਂਦੀ ਹੈ। ਮਿਸਾਲ ਵਜੋਂ ਪ੍ਰਿੰਸੀਪਲ ਤੇਜਾ ਸਿੰਘ ਦੇ ਦੱਸਣ ਮੁਤਾਬਕ ਨਨਕਾਣਾ ਸਾਹਿਬ ਦੇ ਸਾਕੇ ਤੋਂ ਝੱਟ ਬਾਅਦ ਜਦ ਭਾਈ ਜੋਧ ਸਿੰਘ ਨੇ ਨਨਕਾਣਾ ਸਾਹਿਬ ਵਿਖੇ ਗੁਰਦੁਆਰੇ ਦੇ ਅਹਾਤੇ ਅੰਦਰ ਜੁੜੇ ਭਾਰੀ ਦੀਵਾਨ ਵਿੱਚ ਸਿੱਖ ਅਰਦਾਸ ਦੇ ਸ਼ਬਦਾਂ ਉਚਾਰੇ ਤਾਂ ਇਉਂ ਲੱਗਾ ਜਿਵੇਂ ਪੁਰਾਣੇ ਸਿੱਖ ਇਤਿਹਾਸ ਦਾ ਕੋਈ ਵਰਕਾ ਮੋੜ ਪਲਟ ਕੇ ਸਾਹਮਣੇ ਆ ਗਿਆ ਹੋਵੇ। ਇਸ ਤਰ੍ਹਾਂ ਜਦ ਵਰਤਮਾਨ ਦੀ ਤਾਰ ਅਤੀਤ ਨਾਲ ਜਾ ਜੁੜਦੀ ਹੈ ਤਾਂ ਵਰਤਮਾਨ ਦੇ ਮੰਚ ਤੇ ਅਤੀਤ ਦੀਆਂ ਕਈ ਖੇਡਾਂ ਮੁੜ ਖੇਡੀਆਂ ਜਾਂਦੀਆਂ ਹਨ। ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਰਗੇ ਸ਼ਹੀਦ ਸੂਰਮਿਆਂ
ਦੀਆਂ ਰੂਹਾਂ ਵਰਤਮਾਨ ਦੇ ਜੁਝਾਰੂਆਂ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਅਤੇ ਇੱਕ ਵਾਰ ਫਿਰ ਦਰਬਾਰ ਸਾਹਿਬ ਸਮੂਹ ਦੇ ਅੰਦਰ ਸ਼ੀਸ਼ ਤਲੀ ਤੇ ਧਰਨ ਦੀ ਖੇਡ ਦਾ ਰੋਮਾਂਚਕਾਰੀ ਪ੍ਰਦਰਸ਼ਨ ਵੇਖਣ ਨੂੰ ਮਿਲਦਾ ਹੈ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਇਤਿਹਾਸ ਦਾ ਲੰਮਾ ਪੈਂਡਾ ਤੈਅ ਕਰਕੇ ਨਵੇਂ ਜੰਮਿਆਂ 'ਚ ਮੁੜ ਆ ਪ੍ਰਗਟ ਹੁੰਦੇ ਹਨ ਅਤੇ ਅਜਿਹਾ ਕੌਤਕ ਵਾਪਰਦਾ ਹੈ ਕਿ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਦੋਖੀਆਂ ਦੀ ਸੁਰੱਖਿਆ ਦੇ ਕਿਲਿਆਂ ਦੇ ਅੰਦਰੋਂ ਹੀ ਪਾੜ ਪੈ ਤੁਰਦੇ ਹਨ। 8 ਦਹਾਕਿਆਂ ਦੇ ਵਕਫੇ ਬਾਅਦ ਭਾਈ ਲਛਮਣ ਸਿੰਘ ਦੇ ਜੈਕਾਰਿਆਂ ਦੀ ਗੂੰਜ ਪੁਣੇ ਦੀ ਜੇਲ੍ਹ ਦੇ ਅਹਾਤੇ 'ਚੋਂ ਮੁੜ ਸੁਣਾਈ ਦੇਣ ਲੱਗਦੀ ਹੈ। ਸੋ ਇਸ ਢੰਗ ਨਾਲ ਸਿੱਖ ਸੂਰਮਗਤੀ ਭਰੇ ਕਾਰਨਾਮਿਆਂ ਰਾਹੀਂ ਆਪਣੇ ਪੂਰਵਜਾਂ ਨਾਲ ਜਾ ਜੁੜਦੇ ਹਨ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।